ਸਤਿ ਸ਼੍ਰੀ ਅਕਾਲ ਜੀ। ਜੀਕੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ। ਲੈ ਕੇ ਆਏ ਹਾਂ ਜੀ ਅੱਜ ਇੱਕ ਹੋਰ ਤੁਹਾਡੇ ਲਈ ਨਵੀਂ ਕਹਾਣੀ। ਅੱਜ ਮੈਂ ਤੁਹਾਨੂੰ ਆਪਣੀ ਸੱਚੀ ਮੁਹੱਬਤ ਦੀ ਕਹਾਣੀ ਸੁਣਾਵਾਂਗੀ। ਪਿਆਰ ਸੱਚੇ ਦਿਲੋਂ ਹੋਵੇ ਤਾਂ ਪ੍ਰਮਾਤਮਾ ਵੀ ਸਾਥ ਦਿੰਦਾ ਹੈ। ਮੇਰੀ ਮਾਂ ਨੇ ਮੇਰਾ ਵਿਆਹ ਇੱਕ 16 ਸਾਲ ਦੇ ਲੜਕੇ ਨਾਲ ਜ਼ਬਰਦਸਤੀ ਕਰ ਦਿੱਤਾ, ਪਰ ਮੈਂ ਵੀ ਸੋਚ ਲਿਆ ਸੀ ਕਿ ਮੈਂ ਵੀ ਇਸ ਬੱਚੇ ਨੂੰ ਬੇਹੋਸ਼ੀ ਦੀ ਦਵਾਈ ਦੇ ਕੇ ਆਪਣੇ ਆਸ਼ਕ ਨੂੰ ਰਾਤ ਨੂੰ ਬੁਲਾ ਲਿਆ ਕਰਾਂਗੀ। ਪਰ ਉਸ ਸਮੇਂ ਮੇਰੇ ਤਾਂ ਹੋਸ਼ ਉੱਡ ਗਏ ਜਦੋਂ ਉਸਨੇ ਕਮਰੇ ਵਿੱਚ ਆਉਂਦੇ ਨੇ ਹੀ। ਪਿਆਰ ਹਰ ਕਿਸੇ ਦੀ ਕਿਸਮਤ ਵਿੱਚ ਨਹੀਂ ਹੁੰਦਾ। ਇਹ ਵੀ ਕਹਿ ਸਕਦੇ ਹਾਂ, ਪਿਆਰ ਕੋਈ ਆਮ ਚੀਜ਼ ਨਹੀਂ ਜਿਹੜਾ ਹਰ ਕਿਸੇ ਦੇ ਹਿੱਸੇ ਆਵੇ। ਮੈਨੂੰ ਵੀ ਕਿਸੇ ਨਾਲ ਸੱਚਾ ਪਿਆਰ ਹੋ ਗਿਆ ਸੀ। ਮੈਂ ਉਸ ਲਈ ਆਪਣਾ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਸੀ। ਮੈਂ ਆਪਣੇ ਮਾਂ-ਬਾਪ ਨਾਲ ਤੇ ਖਾਨਦਾਨ ਵਾਲਿਆਂ ਨਾਲ ਬਹੁਤ ਲੜਾਈ ਕਰੀ ਸੀ। ਜਦੋਂ ਉਹਨਾਂ ਨੂੰ ਮੇਰੇ ਪਿਆਰ ਦੇ ਬਾਰੇ ਪਤਾ ਲੱਗਿਆ ਤਾਂ ਮੈਂ ਹਰ ਇੱਕ ਦੀਆਂ ਨਜ਼ਰਾਂ ਵਿੱਚ ਡਿੱਗ ਗਈ ਸੀ, ਪਰ ਮੈਨੂੰ ਯਕੀਨ ਸੀ ਮੇਰੀ ਸੱਚੀ ਮੁਹੱਬਤ ਵਿੱਚ ਪ੍ਰਮਾਤਮਾ ਦੀ ਰਜ਼ਾਮੰਦੀ ਸੀ ਤੇ ਮੇਰਾ ਪਿਆਰ ਮੈਨੂੰ ਮਿਲ ਕੇ ਹੀ ਰਹੇਗਾ। ਪਰ ਜੋ ਮੈਂ ਸੋਚਿਆ ਸੀ ਉਹ ਤਾਂ ਮੇਰਾ ਨਾਮ ਰੂਬੀ ਹੈ। ਅਸੀਂ 4 ਭੈਣ ਭਰਾ ਸੀ। ਮੈਨੂੰ ਆਪਣੇ ਪਿਆਰ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਸੀ ਚਾਹੀਦਾ। ਮੈਂ ਇੱਕ ਗਰੀਬ ਘਰ ਦੀ ਕੁੜੀ ਸੀ, ਜਿੱਥੇ ਇੱਕ ਟਾਈਮ ਦੀ ਰੋਟੀ ਤੋਂ ਬਾਅਦ ਦੂਜੇ ਟਾਈਮ ਦੀ ਰੋਟੀ ਦਾ ਫਿਕਰ ਪੈ ਜਾਂਦਾ ਸੀ ਤੇ ਰੋਟੀ ਲਈ ਕੰਮ ਕਰਨਾ ਬਹੁਤ ਜ਼ਰੂਰੀ ਸੀ। ਸਾਡਾ ਘਰ ਬਹੁਤ ਛੋਟਾ ਸੀ ਤੇ ਟੁੱਟਿਆ ਹੋਇਆ ਸੀ, ਪਰ ਮੇਰੇ ਪਾਪਾ ਨੂੰ ਕੋਈ ਫਿਕਰ ਨਹੀਂ ਸੀ। ਮੇਰੀ ਚਾਚੀ ਵੀ ਸਾਡੇ ਨਾਲ ਹੀ ਰਹਿੰਦੀ ਸੀ। ਮੇਰੀ ਮਾਂ ਤੇ ਚਾਚੀ ਵਿੱਚ ਹਰ ਰੋਜ਼ ਲੜਾਈ ਹੁੰਦੀ ਰਹਿੰਦੀ ਸੀ। ਨਾ ਤਾਂ ਮੇਰੀ ਮਾਂ ਦੀ ਕਦੇ ਚਾਚੀ ਨਾਲ ਬਣੀ ਸੀ ਤੇ ਨਾ ਹੀ ਮੇਰੇ ਭੈਣ ਭਰਾਵਾਂ ਦੀ ਚਾਚੀ ਦੇ ਜਵਾਕਾਂ ਨਾਲ ਬਣੀ ਸੀ। ਮੇਰੀ ਵੱਡੀ ਭੈਣ ਦੀ ਉਮਰ ਵਿਆਹ ਕਰਨ ਦੀ ਹੋ ਗਈ ਸੀ, ਪਰ ਜੋ ਰਿਸ਼ਤੇ ਆਉਂਦੇ ਸੀ ਉਹ ਬਹੁਤ ਦਾਜ ਮੰਗਦੇ ਸੀ, ਪਰ ਸਾਡੇ ਗਰੀਬਾਂ ਕੋਲ ਤਾਂ ਕੁਝ ਵੀ ਨਹੀਂ ਸੀ ਦੇਣ ਲਈ। ਮੈਂ ਆਪਣੀ ਮਾਂ ਨੂੰ ਕਿਹਾ ਕਿ ਕੀ ਲੋੜ ਆ ਦੀਦੀ ਦਾ ਵਿਆਹ ਆਪਣੇ ਤੋਂ ਵੱਡੇ ਘਰ ਕਰਨ ਦੀ, ਤੁਸੀਂ ਆਪਣੇ ਵਰਗੇ ਘਰੇ ਦੀਦੀ ਦਾ ਵਿਆਹ ਕਰ ਦਿਓ। ਪਰ ਮੇਰੀ ਮਾਂ ਦਾ ਕਹਿਣਾ ਸੀ ਕਿ ਜੇਕਰ ਤੁਹਾਨੂੰ ਸਾਰੀ ਜ਼ਿੰਦਗੀ ਸੌਖ ਨਾਲ ਕੱਟ ਲਵਾਂਗਾ ਤੇ ਤੁਹਾਨੂੰ ਕਿਸੇ ਦੇ ਅੱਗੇ ਹੱਥ ਨਹੀਂ ਅੱਡਣੇ ਪੈਣਗੇ, ਇਸ ਲਈ ਮੈਂ ਤੁਹਾਡਾ ਵਿਆਹ ਵਧੀਆ ਘਰ ਵਿੱਚ ਕਰਨਾ ਚਾਹੁੰਦੀ ਹਾਂ। ਪਹਿਲਾਂ ਮੇਰੀ ਜ਼ਿੰਦਗੀ ਨਰਕ ਬਣ ਗਈ ਆ, ਪਰ ਮੈਂ ਨਹੀਂ ਚਾਹੁੰਦੀ ਕਿ ਮੇਰੀਆਂ ਧੀਆਂ ਦੀ ਵੀ ਜ਼ਿੰਦਗੀ ਮੇਰੇ ਵਾਂਗ ਨਰਕ ਬਣੇ। ਮੈਂ ਅਜੇ ਤੱਕ ਪੜ੍ਹਾਈ ਕਰ ਰਹੀ ਸੀ ਤੇ ਨਾਲ ਹੀ ਮੈਂ ਟਿਊਸ਼ਨ ਪੜ੍ਹਾਉਂਦੀ ਸੀ, ਪਰ ਉਸ ਸਮੇਂ ਮੇਰਾ ਇੱਕ ਲੜਕੇ ਨਾਲ ਪਿਆਰ ਹੋ ਗਿਆ ਤੇ ਉਹ ਲੜਕਾ ਮੇਰੇ ਘਰ ਰਿਸ਼ਤਾ ਲੈ ਕੇ ਆ ਗਿਆ। ਪਰ ਮੇਰੀ ਮਾਂ ਨੂੰ ਉਹ ਰਿਸ਼ਤਾ ਮਨਜ਼ੂਰ ਨਹੀਂ ਸੀ ਤੇ ਮੇਰੀ ਮਾਂ ਨੇ ਇਨਕਾਰ ਕਰ ਦਿੱਤਾ। ਮੈਂ ਆਪਣੇ ਘਰ ਵਾਲਿਆਂ ਨੂੰ ਬਹੁਤ ਸਮਝਾਇਆ, ਪਰ ਉਹਨਾਂ ਨੇ ਮੈਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਮਜਬੂਰ ਹੋ ਕੇ ਮੈਂ ਉਸ ਲੜਕੇ ਨੂੰ ਕਿਹਾ ਜਿਸ ਨੂੰ ਮੈਂ ਪਿਆਰ ਕਰਦੀ ਸੀ ਮੈਂ ਉਸਨੂੰ ਕਿਹਾ ਕਿ ਆਪਾਂ ਭੱਜ ਕੇ ਵਿਆਹ ਕਰਵਾ ਲਈਏ। ਪਰ ਉਸ ਲੜਕੇ ਨੇ ਕਿਹਾ ਕਿ ਨਹੀਂ, ਆਪਾਂ ਇਹ ਵਿਆਹ ਨਹੀਂ ਕਰਾਂਗੇ, ਆਪਾਂ ਘਰਦਿਆਂ ਦੀ ਰਜ਼ਾਮੰਦੀ ਨਾਲ ਹੀ ਵਿਆਹ ਕਰਵਾਵਾਂਗੇ, ਕਿਉਂਕਿ ਤੂੰ ਸ਼ਰੀਫ ਘਰ ਦੀ ਕੁੜੀ ਆ ਤੇ ਮੈਂ ਵੀ ਸ਼ਰੀਫ ਘਰ ਦਾ ਮੁੰਡਾ ਹਾਂ। ਇਸ ਦੇ ਨਾਲ ਤੇਰੇ ਦੂਜੇ ਭੈਣ ਭਰਾਵਾਂ ਤੇ ਵੀ ਬਹੁਤ ਮਾੜਾ ਅਸਰ ਪਵੇਗਾ। ਫਿਰ ਉਸਨੇ ਕਿਹਾ ਕਿ ਜੇ ਪ੍ਰਮਾਤਮਾ ਨੇ ਆਪਣੇ ਦੋਹਾਂ ਦੀ ਇਕੱਠੀ ਜ਼ਿੰਦਗੀ ਲਿਖੀ ਹੈ ਤਾਂ ਆਪਾਂ ਨੂੰ ਕੋਈ ਵੀ ਰੋਕ ਨਹੀਂ ਸਕਦਾ, ਪਰ ਆਪਾਂ ਕੋਈ ਵੀ ਗਲਤ ਕੰਮ ਨਹੀਂ ਕਰਾਂਗੇ ਜਿਸ ਦੇ ਨਾਲ ਆਪਣੇ ਮਾਂ-ਬਾਪ ਦੀ ਇੱਜ਼ਤ ਮਿੱਟੀ ਵਿੱਚ ਰੁਲੇ। ਮੈਂ ਬਹੁਤ ਪ੍ਰਮਾਤਮਾ ਅੱਗੇ ਅਰਦਾਸਾਂ ਕਰੀਆਂ ਕਿ ਮੇਰਾ ਵਿਆਹ ਉਸ ਨਾਲ ਹੀ ਹੋ ਜਾਵੇ ਜਿਸ ਨੂੰ ਮੈਂ ਪਿਆਰ ਕਰਦੀ ਹਾਂ। ਪਰ ਫਿਰ ਇੱਕ ਦਿਨ ਮੇਰਾ ਵਿਆਹ ਮੇਰੀ ਮਾਂ ਨੇ 16 ਸਾਲਾਂ ਦੇ ਲੜਕੇ ਨਾਲ ਜ਼ਬਰਦਸਤੀ ਕਰਨ ਦਾ ਫੈਸਲਾ ਲੈ ਲਿਆ। ਮੇਰਾ ਵਿਆਹ ਤਾਂ ਉਸ 16 ਸਾਲਾਂ ਦੇ ਲੜਕੇ ਨਾਲ ਕਰ ਦਿੱਤਾ, ਪਰ ਮੈਂ ਵੀ ਆਪਣੇ ਮਨ ਵਿੱਚ ਸੋਚ ਲਿਆ ਸੀ ਕਿ ਮੈਂ ਉਸ ਲੜਕੇ ਨੂੰ ਬੇਹੋਸ਼ੀ ਦੀ ਦਵਾਈ ਦੇ ਦਿਆ ਕਰਾਂਗੀ ਤੇ ਆਪਣੇ ਆਸ਼ਕ ਨੂੰ ਹਰ ਰੋਜ਼ ਰਾਤ ਨੂੰ ਘਰ ਵਿੱਚ ਬੁਲਾਇਆ ਕਰਾਂਗੀ। ਪਰ ਮੇਰੇ ਤਾਂ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਜਦੋਂ ਵਿਆਹ ਵਾਲੀ ਰਾਤ ਜੋ ਮੇਰੇ ਕਮਰੇ ਵਿੱਚ ਆਇਆ ਉਹ ਲੜਕਾ ਨਹੀਂ ਸੀ ਜਿਸ ਨਾਲ ਮੇਰਾ ਵਿਆਹ ਹੋਇਆ ਸੀ। ਇਹ ਤਾਂ ਉਹ ਸੀ ਦੇਵ, ਜਿਸ ਨੂੰ ਮੈਂ ਪਿਆਰ ਕਰਦੀ ਸੀ। ਜਦੋਂ ਮੈਂ ਉਸਨੂੰ ਕਿਹਾ ਕਿ ਦੇਵ, ਤੂੰ ਇੱਥੇ ਕੀ ਕਰਨ ਆਇਆ? ਜੇਕਰ ਤੈਨੂੰ ਕਿਸੇ ਨੇ ਇੱਥੇ ਦੇਖ ਲਿਆ ਤਾਂ ਬਹੁਤ ਵੱਡਾ ਹੰਗਾਮਾ ਹੋ ਜਾਵੇਗਾ। ਜਦੋਂ ਮੈਂ ਤੈਨੂੰ ਭੱਜ ਕੇ ਵਿਆਹ ਕਰਵਾਉਣ ਲਈ ਕਿਹਾ ਸੀ ਤਾਂ ਤੂੰ ਮੇਰੀ ਇੱਕ ਵੀ ਨਾ ਮੰਨੀ। ਮੈਨੂੰ ਕਹਿੰਦਾ ਕਿ ਇੱਥੇ ਕੋਈ ਨਹੀਂ ਆਵੇਗਾ, ਹੁਣ ਸਾਰੇ ਸੌਂ ਗਏ ਹਨ। ਦੇਵ ਦੀਆਂ ਅੱਖਾਂ ਲਾਲ ਸੁਰਖ ਸਨ। ਮੈਨੂੰ ਵੇਖ ਕੇ ਡਰ ਲੱਗ ਰਿਹਾ ਸੀ, ਪਰ ਇੱਕ ਪਾਸੇ ਖੁਸ਼ੀ ਵੀ ਹੋ ਰਹੀ ਸੀ ਕਿ ਜਿਸ ਦੀ ਮੈਨੂੰ ਉਡੀਕ ਸੀ, ਜਿਸ ਨੂੰ ਮੈਂ ਪਿਆਰ ਕਰਦੀ ਸੀ, ਉਹ ਅੱਜ ਮੇਰੇ ਬਿਲਕੁਲ ਸਾਹਮਣੇ ਸੀ। ਮੈਂ ਇਸ ਵਿਆਹ ਤੋਂ ਖੁਸ਼ ਨਹੀਂ ਹਾਂ।
ਇਹ ਤੈਨੂੰ ਵੀ ਪਤਾ ਹੈ। ਤੇ ਇਹ ਵਿਆਹ ਮੇਰੇ ਲਈ ਇੱਕ ਮਜਬੂਰੀ ਬਣ ਗਿਆ ਸੀ। ਜੇਕਰ ਮੈਂ ਇਹ ਵਿਆਹ ਨਾ ਕਰਦੀ ਤਾਂ ਮੇਰੀ ਮਾਂ ਨੇ ਮਰ ਜਾਣਾ ਸੀ ਤੇ ਮੇਰੀਆਂ ਭੈਣਾਂ ਦਾ ਕਦੇ ਵੀ ਵਿਆਹ ਨਹੀਂ ਸੀ ਹੋਣਾ। ਉਹਨਾਂ ਨੂੰ ਸਾਰੀ ਉਮਰ ਕੁਆਰੀਆਂ ਨੂੰ ਹੀ ਘਰ ਵਿੱਚ ਰਹਿਣਾ ਪੈਣਾ ਸੀ। ਮੇਰੀ ਮਾਂ ਨੇ ਤਾਂ ਜ਼ਬਰਦਸਤੀ ਇਸ ਮੁੰਡੇ ਨਾਲ ਮੇਰਾ ਵਿਆਹ ਕਰ ਦਿੱਤਾ, ਪਰ ਮੇਰਾ ਪ੍ਰਮਾਤਮਾ ਜਾਣਦਾ ਮੈਂ ਤੈਨੂੰ ਹੀ ਸੱਚੀ ਮੁਹੱਬਤ ਕਰੀ ਆ ਤੇ ਆਪਣੇ ਦਿਲ ਵਿੱਚ ਸਿਰਫ ਤੇਰੇ ਲਈ ਹੀ ਜਗ੍ਹਾ ਰੱਖੀ ਹੈ। ਜੇਕਰ ਤੂੰ ਅੱਜ ਵੀ ਮੈਨੂੰ ਲਿਜਾਣ ਲਈ ਤਿਆਰ ਹੈ ਤਾਂ ਮੈਂ ਤੇਰੇ ਨਾਲ ਹੀ ਆਪਣੀ ਜ਼ਿੰਦਗੀ ਕੱਟਾਂਗੀ, ਪਰ ਤੂੰ ਮੈਨੂੰ ਇਹੋ ਜਿਹੀਆਂ ਨਜ਼ਰਾਂ ਦੇ ਨਾਲ ਨਾ ਦੇਖ। ਮੈਂ ਤੇਰੇ ਨਾਲ ਕੋਈ ਧੋਖਾ ਨਹੀਂ ਕਰਿਆ, ਮੈਂ ਬੇਵਫਾ ਨਹੀਂ। ਮੈਂ ਆਪਣੇ ਘਰ ਵਾਲਿਆਂ ਦੇ ਸਾਹਮਣੇ ਮਜਬੂਰ ਸੀ। ਜੇਕਰ ਮੈਂ ਇਹ ਵਿਆਹ ਨਾ ਕਰਵਾਉਂਦੀ ਤਾਂ ਸਭ ਕੁਝ ਬਰਬਾਦ ਹੋ ਜਾਂਦਾ। ਮੈਨੂੰ ਆਪਣੀਆਂ ਭੈਣਾਂ ਦੇ ਖਾਤਰ ਹੀ ਇਹ ਵਿਆਹ ਕਰਨਾ ਪਿਆ। ਜੇ ਮੈਂ ਇਹ ਵਿਆਹ ਨਾ ਕਰਵਾਉਂਦੀ ਤਾਂ ਮੇਰੀਆਂ ਭੈਣਾਂ ਸਾਰੀ ਉਮਰ ਕੁਆਰੀਆਂ ਹੀ ਰਹਿ ਜਾਂਦੀਆਂ। ਮੈਨੂੰ ਪਤਾ ਲੱਗਿਆ ਕਿ ਮੇਰੇ ਵਾਲਿਆਂ ਨੇ ਮੇਰੇ ਮਾਪਿਆਂ ਨੂੰ ਬਹੁਤ ਸਾਰਾ ਪੈਸਾ ਦਿੱਤਾ ਹੈ। ਇਸ ਵਿਆਹ ਲਈ ਇੰਨਾ ਪੈਸਾ ਦਿੱਤਾ ਕਿ ਉਹਨਾਂ ਨੇ ਇਹ ਵੀ ਜ਼ਿੰਮੇਵਾਰੀ ਉਠਾਈ ਕਿ ਅਸੀਂ ਦੂਜੀਆਂ ਕੁੜੀਆਂ ਦਾ ਵੀ ਵਿਆਹ ਆਪਣੇ ਖਰਚ ਤੇ ਹੀ ਕਰਾਂਗੇ। ਪਰ ਮੈਨੂੰ ਪੈਸੇ ਦਾ ਕੋਈ ਲਾਲਚ ਨਹੀਂ, ਮੈਂ ਤਾਂ ਸਿਰਫ ਤੈਨੂੰ ਹੀ ਪਿਆਰ ਕਰਦੀ ਹਾਂ। ਤੈਨੂੰ ਵੀ ਪਤਾ ਮੈਂ ਇਹੋ ਜਿਹੀ ਲਾਲਚੀ ਕੁੜੀ ਨਹੀਂ ਹਾਂ ਤੇ ਮੈਂ ਤੈਨੂੰ ਸੱਚਾ ਪਿਆਰ ਕੀਤਾ ਹੈ। ਕੀ ਮੈਂ ਪੈਸਿਆਂ ਦੇ ਲਾਲਚ ਵਿੱਚ ਆ ਕੇ ਤੇਰੇ ਨਾਲ ਧੋਖਾ ਕਰਾਂਗੀ? ਮੈਂ ਬਹੁਤ ਦੇਰ ਉਸਦੇ ਸਾਹਮਣੇ ਰੋਈ, ਕਿਉਂਕਿ ਮੈਂ ਸਿਰਫ ਦੇਵ ਨੂੰ ਹੀ ਪਿਆਰ ਕੀਤਾ ਸੀ। ਮੈਂ ਬਿਲਕੁਲ ਟੁੱਟ ਚੁੱਕੀ ਸੀ। ਜਦੋਂ ਮੈਂ ਰੋ ਰਹੀ ਸੀ ਤਾਂ ਦੇਵ ਨੇ ਮੈਨੂੰ ਅਜਿਹਾ ਸੱਚ ਦੱਸਿਆ ਜੋ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੈਨੂੰ ਉਸ ਦੀ ਗੱਲ ਸੁਣ ਕੇ ਯਕੀਨ ਨਾ ਆਇਆ ਤੇ ਮੈਂ ਉਸ ਨੂੰ ਹੈਰਾਨੀ ਭਰੀਆਂ ਨਜ਼ਰਾਂ ਦੇ ਨਾਲ ਦੇਖਿਆ। ਜੋ ਦੇਵ ਨੇ ਮੈਨੂੰ ਦੱਸਿਆ ਤਾਂ ਉਸਨੇ ਕਿਹਾ ਕਿ ਮੈਂ ਤੈਨੂੰ ਸਭ ਕੁਝ ਸੱਚ ਦੱਸ ਦੇਵਾਂਗਾ। ਮੈਂ ਹੀ ਤੇਰਾ ਪਤੀ ਹਾਂ, ਤੇਰਾ ਵਿਆਹ ਮੇਰੇ ਨਾਲ ਹੀ ਹੋਇਆ ਹੈ। ਮੈਂ ਤਾਂ ਇਹ ਸਭ ਸੁਣ ਕੇ ਹੈਰਾਨ ਰਹਿ ਗਈ ਕਿ ਇਹ ਸਭ ਕਿਵੇਂ ਹੋਇਆ। ਜੋ ਦੇਵ ਨੇ ਦੱਸਿਆ ਤਾਂ ਉਹ ਇੱਕ ਬਹੁਤ ਲੰਬੀ ਕਹਾਣੀ ਹੈ। ਤਾਂ ਉਸਨੇ ਕਿਹਾ ਕਿ ਜਦੋਂ ਮੈਂ 5 ਸਾਲ ਦਾ ਸੀ ਤਾਂ ਮੇਰੀ ਮਾਂ ਮੈਨੂੰ ਛੱਡ ਕੇ ਚਲੀ ਗਈ ਸੀ। ਮੇਰੀ ਮਾਂ ਤੇ ਮੇਰੇ ਪਾਪਾ ਵਿਚਕਾਰ ਹਮੇਸ਼ਾ ਲੜਾਈ ਹੁੰਦੀ ਸੀ। ਉਹਨਾਂ ਦੋਹਾਂ ਦੀ ਆਪਸ ਵਿੱਚ ਕਦੇ ਨਹੀਂ ਸੀ ਬਣੀ। ਮੈਂ ਬਚਪਨ ਤੋਂ ਹੀ ਉਹਨਾਂ ਨੂੰ ਲੜਦੇ ਹੀ ਦੇਖਿਆ ਸੀ। ਮੈਂ ਆਪਣੀ ਮਾਂ ਦੇ ਲਈ ਬਹੁਤ ਰੋਂਦਾ ਸੀ ਤੇ ਉਸ ਨੂੰ ਬਹੁਤ ਯਾਦ ਕਰਦਾ ਸੀ, ਪਰ ਉਹਨਾਂ ਨੂੰ ਮੇਰੀ ਕੋਈ ਫਿਕਰ ਨਹੀਂ ਸੀ। ਮੇਰੇ ਪਾਪਾ ਕਹਿੰਦੇ ਸਨ ਕਿ ਤੇਰੀ ਮਾਂ ਨੂੰ ਤੇਰੀ ਕੋਈ ਫਿਕਰ ਨਹੀਂ। ਜੇਕਰ ਉਸ ਨੂੰ ਫਿਕਰ ਹੁੰਦੀ ਤਾਂ ਉਹ ਤੈਨੂੰ ਕਦੇ ਵੀ ਛੱਡ ਕੇ ਨਾ ਜਾਂਦੀ। ਕੁਝ ਟਾਈਮ ਬਾਅਦ ਮੇਰੀ ਮਾਂ ਨੇ ਮੇਰੇ ਪਾਪਾ ਤੋਂ ਤਲਾਕ ਲੈ ਲਿਆ ਤੇ ਉਹ ਮੈਨੂੰ ਹਮੇਸ਼ਾ ਲਈ ਛੱਡ ਕੇ ਚਲੀ ਗਈ ਤੇ ਉਸਨੇ ਇੱਕ ਵਾਰੀ ਵੀ ਮੈਨੂੰ ਨਾਲ ਲਿਜਾਣ ਬਾਰੇ ਨਹੀਂ ਸੋਚਿਆ। ਮੇਰੀ ਮਾਂ ਨੇ ਕਿਹਾ ਕਿ ਤੇਰਾ ਹੀ ਪੁੱਤ ਹੈ, ਤੂੰ ਹੀ ਇਸ ਨੂੰ ਸਾਂਭ। ਮੈਨੂੰ ਇਸ ਦੀ ਕੋਈ ਜ਼ਰੂਰਤ ਨਹੀਂ, ਵੱਡਾ ਹੋ ਕੇ ਵੀ ਤੇਰੇ ਵਰਗਾ ਹੀ ਬਣੇਗਾ ਜਿਸ ਨੂੰ ਔਰਤਾਂ ਦੀ ਆਜ਼ਾਦੀ ਬਰਦਾਸ਼ਤ ਨਹੀਂ ਹੋਵੇਗੀ। ਮੈਨੂੰ ਆਪਣੀ ਮਾਂ ਦੀ ਗੱਲ ਸੁਣ ਕੇ ਬਹੁਤ ਜ਼ਿਆਦਾ ਰੋਣਾ ਆਇਆ। ਕਦੇ ਕਦੇ ਮੇਰੀ ਮਾਂ ਫੋਨ ਤੇ ਮੇਰੇ ਨਾਲ ਗੱਲ ਕਰਨਾ ਚਾਹੁੰਦੀ ਸੀ ਤੇ ਮੈਂ ਕਦੇ ਵੀ ਉਸ ਦੇ ਨਾਲ ਗੱਲ ਨਹੀਂ ਸੀ ਕਰੀ। ਫਿਰ ਇੱਕ ਦਿਨ ਮੇਰੇ ਪਾਪਾ ਨੇ ਦੱਸਿਆ ਕਿ ਤੇਰੀ ਮਾਂ ਨੇ ਦੂਜਾ ਵਿਆਹ ਕਰਵਾ ਲਿਆ। ਜਿਸ ਦੇ ਨਾਲ ਉਸਨੇ ਵਿਆਹ ਕਰਾਇਆ ਸੀ ਉਹ ਇੱਕ ਕਰੋੜਪਤੀ ਬੰਦਾ ਸੀ ਤੇ ਉਸਦੇ ਨਾਲ ਉਹ ਲੰਦਨ ਚਲੀ ਗਈ। ਹੁਣ ਤੂੰ ਕਦੇ ਵੀ ਇਹੋ ਜਿਹੀ ਔਰਤ ਦੇ ਲਈ ਕਦੇ ਵੀ ਨਹੀਂ ਰੋਣਾ ਜਿਸ ਦੇ ਲਈ ਪੈਸਾ ਹੀ ਸਭ ਕੁਝ ਸੀ। ਹੁਣ ਸਾਡੇ ਘਰ ਦੇ ਵਿੱਚ ਮੇਰੀ ਭੂਆ ਆਪਣੇ ਪਤੀ ਦੇ ਨਾਲ ਤੇ ਆਪਣੇ ਬੱਚਿਆਂ ਦੇ ਨਾਲ ਰਹਿਣ ਲੱਗ ਪਈ ਸੀ। ਮੇਰੇ ਪਾਪਾ ਨੂੰ ਵੀ ਉਹਨਾਂ ਦੇ ਆਉਣ ਤੇ ਕੋਈ ਇਤਰਾਜ਼ ਨਹੀਂ ਸੀ, ਕਿਉਂਕਿ ਇੱਕ ਘਰ ਸਾਂਭਣ ਦੇ ਲਈ ਔਰਤ ਦਾ ਹੋਣਾ ਬਹੁਤ ਜ਼ਰੂਰੀ ਸੀ। ਪਰ ਮੈਨੂੰ ਇਹ ਸਭ ਕੁਝ ਚੰਗਾ ਨਹੀਂ ਸੀ ਲੱਗਦਾ। ਪਰ ਮੈਂ ਨਹੀਂ ਸੀ ਚਾਹੁੰਦਾ ਕਿ ਸਾਡੇ ਘਰ ਕੋਈ ਆ ਕੇ ਰਹੇ, ਕਿਉਂਕਿ ਮੈਂ ਇਕੱਲਾ ਰਹਿਣਾ ਚਾਹੁੰਦਾ ਸੀ। ਮੈਨੂੰ ਸ਼ੋਰ ਸ਼ਰਾਬਾ ਪਸੰਦ ਨਹੀਂ ਸੀ, ਕਿਉਂਕਿ ਮੈਂ ਘਰ ਵਿੱਚ ਇਕੱਲਾਪਣ ਵਿੱਚ ਹੀ ਬਚਪਨ ਕੱਢਿਆ ਸੀ ਤੇ ਹੁਣ ਵੀ ਮੈਨੂੰ ਕੋਈ ਆਪਣੇ ਆਲੇ ਦੁਆਲੇ ਸ਼ੋਰ ਸ਼ਰਾਬਾ ਚੰਗਾ ਨਹੀਂ ਸੀ ਲੱਗਦਾ। ਹੌਲੀ ਹੌਲੀ ਮੇਰੇ ਪਾਪਾ ਦੇ ਕਾਰੋਬਾਰ ਵਿੱਚ ਵੀ ਤਰੱਕੀ ਹੋ ਗਈ ਤੇ ਸਾਡਾ ਵੀ ਸਟੇਟਸ ਉੱਚਾ ਹੋ ਗਿਆ। ਮੇਰੀ ਮਾਂ ਗਰੀਬੀ ਕਰਕੇ ਹੀ ਸਾਨੂੰ ਛੱਡ ਕੇ ਗਈ ਸੀ। ਹੁਣ ਅਸੀਂ ਆਪਣੀ ਸੁੱਖ ਸਹੂਲਤ ਲਈ ਕੁਝ ਵੀ ਲੈ ਸਕਦੇ ਸੀ। ਮੇਰੇ ਪਿਤਾ ਨੇ ਦਿਨ ਰਾਤ ਮਿਹਨਤ ਕੀਤੀ ਤੇ ਸਭ ਕੁਝ ਕਮਾ ਲਿਆ ਸੀ। ਸਾਡੇ ਕੋਲ ਵੀ ਹੁਣ ਜਾਇਦਾਦ ਬਹੁਤ ਜ਼ਿਆਦਾ ਹੋ ਗਈ ਸੀ। ਜਦੋਂ ਮੈਂ ਸਕੂਲ ਤੋਂ ਘਰ ਆਉਂਦਾ ਤਾਂ ਮੈਂ ਸਿੱਧਾ ਆਪਣੇ ਕਮਰੇ ਵਿੱਚ ਚਲਾ ਜਾਂਦਾ ਤੇ ਮੇਰੀ ਭੂਆ ਮੇਰੇ ਲਈ ਖਾਣਾ ਮੇਰੇ ਕਮਰੇ ਵਿੱਚ ਲੈ ਕੇ ਆ ਜਾਂਦੀ। ਕਦੇ ਕਦੇ ਉਸਦੇ ਨਾਲ ਉਸਦੀ ਬੇਟੀ ਵੀ ਮੇਰੇ ਕੋਲ ਆ ਕੇ ਬੈਠ ਜਾਂਦੀ। ਉਦੋਂ ਮੈਂ ਬਹੁਤ ਛੋਟਾ ਸੀ, ਪਰ ਮੈਨੂੰ ਮੇਰੇ ਕਮਰੇ ਵਿੱਚ ਭੂਆ ਦਾ ਆਉਣਾ ਮੈਨੂੰ ਚੰਗਾ ਨਹੀਂ ਸੀ ਲੱਗਦਾ। ਪਰ ਮੇਰੀ ਭੂਆ ਨੇ ਕਿਹਾ ਕਿ ਤੇਰੀ ਮਾਂ ਤਾਂ ਤੈਨੂੰ ਛੱਡ ਕੇ ਚਲੀ ਗਈ ਹੈ, ਮੈਂ ਤਾਂ ਤੈਨੂੰ ਹੀ ਸਾਂਭਣ ਖਾਤਰ ਆਈ ਹਾਂ। ਨਹੀਂ, ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਕਿਸੇ ਕੋਲ ਕੋਈ ਟਾਈਮ ਨਹੀਂ ਕਿਸੇ ਦੀ
ਖਾਤਰ ਕੋਈ ਆਪਣਾ ਘਰ ਖਰਾਬ ਕਰੇ। ਉਸ ਦੀ ਇਹ ਗੱਲ ਸੁਣ ਕੇ ਮੈਂ ਚੁੱਪ ਹੋ ਜਾਂਦਾ, ਪਰ ਮੇਰੇ ਪਾਪਾ ਨੇ ਦੂਜਾ ਵਿਆਹ ਨਹੀਂ ਸੀ ਕਰਵਾਇਆ। ਸਾਡੇ ਰਿਸ਼ਤੇਦਾਰਾਂ ਨੇ ਵੀ ਬਹੁਤ ਕਿਹਾ ਕਿ ਦੂਜਾ ਵਿਆਹ ਕਰਵਾ ਲਓ, ਪਰ ਮੇਰੇ ਪਾਪਾ ਨਹੀਂ ਸੀ ਚਾਹੁੰਦੇ। ਕਿ ਮੈਂ ਆਪਣੇ ਪਾਪਾ ਦੀ ਇਸ ਗੱਲ ਤੋਂ ਖੁਸ਼ ਹੋ ਜਾਂਦਾ ਸੀ ਤੇ ਸੋਚਣ ਲੱਗ ਜਾਂਦਾ ਸੀ ਕਿ ਪਾਪਾ ਮੇਰੀ ਖਾਤਰ ਦੂਜਾ ਵਿਆਹ ਨਹੀਂ ਸੀ ਕਰਵਾਉਣਾ ਚਾਹੁੰਦੇ। ਸ਼ਾਇਦ ਪਾਪਾ ਮੇਰਾ ਪਿਆਰ ਵੰਡਣਾ ਨਹੀਂ ਸੀ ਚਾਹੁੰਦੇ। ਪਰ ਕੁਝ ਸਾਲਾਂ ਬਾਅਦ ਮੇਰੇ ਪਾਪਾ ਨੇ ਫਿਰ ਦੂਜਾ ਵਿਆਹ ਕਰਵਾ ਲਿਆ। ਹੁਣ ਮੈਂ ਵੱਡਾ ਹੋ ਗਿਆ ਸੀ ਤੇ ਮੈਂ ਹੁਣ ਕਾਲਜ ਜਾਣ ਲੱਗ ਪਿਆ ਸੀ। ਇੱਕ ਦਿਨ ਜਦੋਂ ਮੈਂ ਕਾਲਜ ਤੋਂ ਘਰ ਆਇਆ ਤਾਂ ਮੇਰੇ ਪਾਪਾ ਆਪਣਾ ਦੂਜਾ ਵਿਆਹ ਕਰਵਾ ਕੇ ਆਏ ਸਨ। ਉਹਨਾਂ ਦੇ ਨਾਲ ਇੱਕ ਔਰਤ ਸੀ। ਮੇਰੀ ਭੂਆ ਗੁੱਸੇ ਵਿੱਚ ਖੜੀ ਸੀ। ਮੇਰੇ ਪਾਪਾ ਨੇ ਮੈਨੂੰ ਦੇਖ ਕੇ ਕਿਹਾ ਕਿ ਲੈ ਬੇਟਾ, ਤੇਰੇ ਲਈ ਤੇਰੀ ਮਾਂ ਲੈ ਆਂਦੀ ਹੈ। ਮੈਂ ਵੀ ਗੁੱਸੇ ਵਿੱਚ ਆ ਕੇ ਆਪਣੇ ਪਾਪਾ ਨੂੰ ਕਿਹਾ ਕਿ ਜੇਕਰ ਤੁਸੀਂ ਵਿਆਹ ਕਰਵਾਉਣਾ ਸੀ ਤਾਂ ਤੁਸੀਂ ਆਪਣਾ ਵਿਆਹ ਉਦੋਂ ਹੀ ਕਰਵਾ ਲੈਂਦੇ। ਇਸ ਉਮਰ ਵਿੱਚ ਆ ਕੇ ਤੁਸੀਂ ਆਪਣਾ ਵਿਆਹ ਕਿਉਂ ਕਰਵਾਇਆ? ਮੈਂ ਆਪਣੇ ਪਾਪਾ ਦਾ ਬਦਲਿਆ ਵਿਵਹਾਰ ਦੇਖ ਕੇ ਹੈਰਾਨ ਸੀ। ਜੋ ਕੁਝ ਮੇਰੇ ਪਾਪਾ ਨੇ ਕਿਹਾ ਉਹ ਸੁਣ ਕੇ ਮੇਰੇ ਤਾਂ ਲੂੰ ਕੰਡੇ ਖੜੇ ਹੋ ਗਏ। ਉਹਨਾਂ ਨੇ ਕਿਹਾ ਕਿ ਮੈਂ ਤੇਰੀ ਖਾਤਰ ਆਪਣੀ ਸਾਰੀ ਜ਼ਿੰਦਗੀ ਬਰਬਾਦ ਕਰ ਦਿੰਦਾ। ਕੱਲ ਨੂੰ ਤੇਰਾ ਵਿਆਹ ਹੋ ਜਾਵੇਗਾ ਤੇ ਤੂੰ ਆਪਣੇ ਪਰਿਵਾਰ ਵਿੱਚ ਮਸਤ ਹੋ ਜਾਵੇਂਗਾ ਤੇ ਮੈਂ ਇਕੱਲਾ ਕੀ ਕਰਾਂਗਾ? ਵੈਸੇ ਵੀ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਆਪਣੇ ਮਾਂ-ਬਾਪ ਨੂੰ ਕੌਣ ਪੁੱਛਦਾ ਹੈ? ਮੈਂ ਚੁੱਪਚਾਪ ਉਸ ਸਮੇਂ ਘਰ ਤੋਂ ਬਾਹਰ ਨਿਕਲ ਗਿਆ ਤੇ ਇਕੱਲਾ ਬੈਠਾ ਇਹੀ ਸੋਚ ਰਿਹਾ ਸੀ ਕਿ ਮਾਂ-ਬਾਪ ਤਾਂ ਬੱਚਿਆਂ ਦੇ ਲਈ ਜ਼ਰੂਰੀ ਹੁੰਦੇ ਨੇ। ਮਾਂ-ਬਾਪ ਬੱਚਿਆਂ ਖਾਤਰ ਬਹੁਤ ਕੁਝ ਕਰਦੇ ਆ, ਪਰ ਮੇਰੀ ਕਿਸਮਤ ਮਾੜੀ ਸੀ। ਮੈਂ ਇਕੱਲਾ ਇਸੇ ਤਰ੍ਹਾਂ ਹੀ ਸੋਚਦਾ ਰਿਹਾ। ਫਿਰ ਕਾਫੀ ਰਾਤ ਹੋ ਗਈ ਤਾਂ ਮੈਂ ਘਰ ਵਾਪਸ ਆ ਗਿਆ। ਜਦੋਂ ਮੈਂ ਘਰ ਆਇਆ ਤਾਂ ਦੇਖਿਆ ਕਿ ਚੋਰੀ-ਚੋਰੀ ਸਾਡੇ ਘਰ ਵਿੱਚ ਕੋਈ ਆ ਰਿਹਾ ਹੈ ਤੇ ਮੈਂ ਉਹ ਮੇਰੀ ਦੂਸਰੀ ਮਾਂ ਦੇ ਕਮਰੇ ਵਿੱਚ ਜਾਂਦਾ ਦਿਖਾਈ ਦਿੱਤਾ। ਮੈਂ ਵੀ ਉਸ ਦਾ ਪਿੱਛਾ ਕੀਤਾ। ਮੈਨੂੰ ਲੱਗਿਆ ਕਿ ਸ਼ਾਇਦ ਕੋਈ ਚੋਰ ਹੈ। ਜਦੋਂ ਮੈਂ ਉਸ ਕਮਰੇ ਦੇ ਕੋਲ ਗਿਆ ਤਾਂ ਉਹਨਾਂ ਦੇ ਗੱਲਾਂ ਕਰਨ ਦੀ ਆਵਾਜ਼ ਆਈ। ਉਹ ਮੇਰੀ ਮਾਂ ਦਾ ਦੋਸਤ ਸੀ। ਮੇਰੀ ਦੂਜੀ ਮਾਂ ਉਸ ਆਦਮੀ ਦੇ ਨਾਲ ਛੁਪ ਕੇ ਗੱਲਾਂ ਕਰ ਰਹੀ ਸੀ। ਕੁਝ ਦਿਨਾਂ ਦੀ ਗੱਲ ਹੈ, ਮੈਂ ਇਹਨਾਂ ਸਾਰਿਆਂ ਨੂੰ ਇਸ ਘਰ ਵਿੱਚੋਂ ਕੱਢ ਦੇਵਾਂਗੀ ਤੇ ਸਾਰੀ ਦੌਲਤ ਆਪਣੀ ਹੋ ਜਾਵੇਗੀ। ਤੇ ਉਹ ਦੋਵੇਂ ਬਹੁਤ ਹੱਸ ਰਹੇ ਸਨ। ਮੈਂ ਉਹਨਾਂ ਦੇ ਕਮਰੇ ਦਾ ਗੇਟ ਖੋਲ੍ਹਣ ਹੀ ਲੱਗਿਆ ਤੇ ਉਧਰੋਂ ਮੈਨੂੰ ਆਪਣੀ ਭੂਆ ਆਉਂਦੀ ਹੋਈ ਨਜ਼ਰ ਆਈ। ਜਦੋਂ ਮੈਂ ਦੇਖਿਆ ਤਾਂ ਭੂਆ ਮੇਨ ਗੇਟ ਵੱਲ ਜਾ ਰਹੀ ਸੀ। ਇਸ ਘਰ ਦੀਆਂ ਔਰਤਾਂ ਨੂੰ ਕੀ ਹੋ ਗਿਆ? ਇੱਕ ਛੁਪ ਕੇ ਕਿਸੇ ਮਰਦ ਨਾਲ ਗੱਲਾਂ ਕਰ ਰਹੀ ਹੈ ਤੇ ਦੂਸਰੀ ਬਾਹਰ ਜਾ ਰਹੀ ਹੈ। ਮੇਰੀ ਭੂਆ ਜੋ ਚਾਹੁੰਦੀ ਸੀ ਉਹ ਵੀ ਇੱਕ ਹੈਰਾਨ ਕਰਨ ਵਾਲੀ ਗੱਲ ਸੀ। ਭੂਆ ਆਪਣੀ ਹੀ ਕੁੜੀ ਦਾ ਨਾਲ ਮੇਰਾ ਵਿਆਹ ਕਰਵਾਉਣਾ ਚਾਹੁੰਦੀ ਸੀ ਤਾਂ ਕਿ ਜਿਹੜੀ ਸਾਡੀ ਦੌਲਤ ਸੀ ਉਹ ਉਹਨਾਂ ਦੀ ਹੋ ਜਾਵੇ। ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਮੇਰਾ ਮਨ ਬਹੁਤ ਹੀ ਜ਼ਿਆਦਾ ਉਦਾਸ ਹੋ ਗਿਆ ਸੀ। ਮੈਂ ਆਪਣੇ ਪਾਪਾ ਨਾਲ ਵੀ ਬਹੁਤ ਨਾਰਾਜ਼ ਸੀ ਕਿਉਂਕਿ ਉਹਨਾਂ ਨੇ ਇਸ ਉਮਰ ਵਿੱਚ ਜਾ ਕੇ ਵਿਆਹ ਨਹੀਂ ਸੀ ਕਰਵਾਉਣਾ ਚਾਹੀਦਾ। ਵਿਆਹ ਵੀ ਇੱਕ ਅਜਿਹੀ ਔਰਤ ਨਾਲ ਕਰਾਇਆ ਜੋ ਉਹਨਾਂ ਦੇ ਕਾਬਲ ਨਹੀਂ ਸੀ। ਫਿਰ ਮੈਂ ਸੋਚਿਆ ਕਿ ਮੈਂ ਇਹ ਸਾਰੀ ਗੱਲ ਆਪਣੇ ਪਾਪਾ ਨੂੰ ਦੱਸਾਂਗਾ, ਪਰ ਮੇਰੇ ਪਾਪਾ ਨੇ ਮੇਰੀ ਇਸ ਗੱਲ ਤੇ ਯਕੀਨ ਨਾ ਕਰਿਆ ਤੇ ਉਸਨੇ ਕਿਹਾ ਕਿ ਸਾਰੀਆਂ ਔਰਤਾਂ ਤੇਰੀ ਮਾਂ ਵਰਗੀਆਂ ਨਹੀਂ ਹੁੰਦੀਆਂ। ਮੈਨੂੰ ਉਹਨਾਂ ਦੀ ਗੱਲ ਤੇ ਬਹੁਤ ਗੁੱਸਾ ਆਇਆ ਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਗੱਲ-ਗੱਲ ਤੇ ਤੇਰੀ ਮਾਂ ਕਿਉਂ ਕਰਦੇ ਰਹਿੰਦੇ? ਮੈਂ ਖੁਦ ਨਹੀਂ ਉਸ ਨੂੰ ਆਪਣੀ ਮਾਂ ਬਣਾਇਆ ਸੀ। ਤੁਸੀਂ ਖੁਦ ਹੀ ਉਸ ਔਰਤ ਦੇ ਨਾਲ ਵਿਆਹ ਕਰਵਾਇਆ ਸੀ। ਉਧਰ ਮੇਰੀ ਭੂਆ ਜੋ ਚਾਲ ਚੱਲ ਰਹੀ ਸੀ ਉਸ ਨੂੰ ਮੈਂ ਕਦੇ ਵੀ ਕਾਮਯਾਬ ਨਹੀਂ ਸੀ ਹੋਣ ਦੇਣਾ ਚਾਹੁੰਦਾ ਕਿਉਂਕਿ ਮੇਰੀ ਭੂਆ ਦੀ ਚਾਲ ਸੀ ਕਿ ਮੈਂ ਉਸਦੀ ਕੁੜੀ ਦੇ ਨਾਲ ਹੀ ਵਿਆਹ ਕਰਵਾ ਲਵਾਂ ਕਿਉਂਕਿ ਉਹ ਸਾਡੀ ਦੌਲਤ ਵਿੱਚ ਅੰਨੀ ਹੋ ਚੁੱਕੀ ਸੀ। ਉਸਨੂੰ ਰਿਸ਼ਤੇਦਾਰੀ ਦੀ ਕੋਈ ਲਿਹਾਜ਼ ਨਹੀਂ ਸੀ। ਇੱਕ ਦਿਨ ਮੇਰੇ ਘਰ ਮੇਰੇ ਪਾਪਾ ਦੇ ਦੋਸਤ ਮੇਰੇ ਲਈ ਰਿਸ਼ਤਾ ਲੈ ਕੇ ਆਏ। ਉਹ ਥੱਲੇ ਲਾਉਣ ਵਿੱਚ ਬੈਠੇ ਸਨ ਤੇ ਮੈਂ ਆਪਣੇ ਕਮਰੇ ਵਿੱਚ ਬੈਠਾ ਪੜ੍ਹ ਰਿਹਾ ਸੀ। ਅਚਾਨਕ ਹੀ ਮੇਰੀ ਭੂਆ ਦੀ ਕੁੜੀ ਮੇਰੇ ਕਮਰੇ ਵਿੱਚ ਜਦੋਂ ਉਹ ਮੇਰੇ ਕੋਲ ਆ ਕੇ ਬੈਠ ਗਈ ਤਾਂ ਮੈਂ ਵੀ ਪਰੇਸ਼ਾਨ ਹੋ ਗਿਆ ਕਿਉਂਕਿ ਮੈਂ ਕਦੇ ਵੀ ਆਪਣੀ ਭੂਆ ਤੇ ਉਸ ਦੀ ਕੁੜੀ ਨੂੰ ਆਪਣੇ ਕਮਰੇ ਵਿੱਚ ਆਉਣਾ ਚੰਗਾ ਨਹੀਂ ਸੀ ਸਮਝਦਾ। ਜਦੋਂ ਉਹ ਮੇਰੇ ਕੋਲੇ ਬੈਠੀ ਤਾਂ ਮੇਰੀ ਭੂਆ ਨੇ ਅਚਾਨਕ ਹੀ ਸਾਡੇ ਕਮਰੇ ਦਾ ਗੇਟ ਬੰਦ ਕਰ ਦਿੱਤਾ ਤੇ ਉੱਚੀ-ਉੱਚੀ ਰੌਲਾ ਪਾਉਣ ਲੱਗ ਪਈ। ਮੈਂ ਤਾਂ ਪਰੇਸ਼ਾਨ ਹੋ ਗਿਆ ਕਿ ਅਚਾਨਕ ਭੂਆ ਨੂੰ ਕੀ ਹੋ ਗਿਆ। ਜਦੋਂ ਉਸਦਾ ਰੌਲਾ ਸੁਣਿਆ ਤਾਂ ਮੇਰੇ ਪਾਪਾ ਅਤੇ ਉਸਦੇ ਦੋਸਤ ਵੀ ਉੱਪਰ ਆ ਗਏ। ਕਮਰੇ ਦਾ ਗੇਟ ਬਾਹਰੋਂ ਬੰਦ ਸੀ ਪਰ ਕਿਸੇ ਨੇ ਵੀ ਇਸ ਗੱਲ ਨੂੰ ਨੋਟਿਸ ਨਾ ਕੀਤਾ ਕਿਉਂਕਿ ਇਸ ਚਾਲ ਦੇ ਵਿੱਚ ਮੇਰਾ ਫੁੱਫੜ ਵੀ ਨਾਲ ਰਲਿਆ ਹੋਇਆ ਸੀ। ਮੇਰਾ ਫੁੱਫੜ ਗੇਟ ਨੂੰ ਆਉਣ ਸਾਰ ਭੰਨਣਾ ਸ਼ੁਰੂ ਕਰ ਦਿੱਤਾ ਤੇ ਫਿਰ ਹੌਲੀ ਦੇ ਨੇ ਗੇਟ ਦਾ ਕੁੰਡਾ ਖੋਲ੍ਹਿਆ ਤਾਂ ਆਉਂਦਿਆਂ ਹੀ ਆਪਣੀ ਕੁੜੀ ਦੇ ਮੂੰਹ ਤੇ ਥੱਪੜ ਮਾਰਿਆ। ਤਾਂ ਮੇਰੀ ਭੂਆ ਬੋਲੀ, ਕੁੜੀ ਨੂੰ ਕਿਉਂ ਕੁੱਟਦੇ ਹੋ? ਉਸ ਨੂੰ ਕੁੱਟੋ ਜਿਸ ਨੇ ਇਸ਼ਾਰਿਆਂ ਦੇ ਨਾਲ ਹਰ ਰੋਜ਼ ਮੇਰੀ ਕੁੜੀ ਨੂੰ ਆਪਣੇ ਕਮਰੇ ਵਿੱਚ ਬੁਲਾਉਂਦਾ ਹੈ।
ਮੇਰੇ ਪਾਪਾ ਨੇ ਮੇਰੇ ਮੂੰਹ ਉੱਪਰ ਜ਼ੋਰਦਾਰ ਥੱਪੜ ਮਾਰਿਆ ਤੇ ਮੈਨੂੰ ਕਿਹਾ ਕਿ ਤੇਰੀ ਇੰਨੀ ਹਿੰਮਤ, ਤੂੰ ਇੰਨਾ ਘਟੀਆ ਕੰਮ ਕਰੇਗਾ। ਮੈਂ ਕਦੇ ਨਹੀਂ ਸੀ ਸੋਚਿਆ, ਪਰ ਇਹ ਸਭ ਭੂਆ ਤੇ ਫੁੱਫੜ ਦੀ ਰਲੀ ਮਿਲੀ ਚਾਲ ਸੀ। ਫਿਰ ਮੇਰੀ ਭੂਆ ਬੋਲੀ ਕਿ ਤੁਸੀਂ ਕੁੜੀ ਨੂੰ ਹੀ ਪੁੱਛ ਲਓ। ਜਦੋਂ ਮੈਂ ਆਪਣੀ ਭੂਆ ਦੀ ਕੁੜੀ ਨੂੰ ਕਿਹਾ ਕਿ ਤੂੰ ਹੀ ਸੱਚ ਸੱਚ ਦੱਸ, ਤਾਂ ਅੱਗੋਂ ਮੇਰੀ ਭੂਆ ਦੀ ਕੁੜੀ ਕਹਿਣ ਲੱਗੀ ਕਿ ਇਸ ਨੇ ਮੇਰੇ ਨਾਲ ਨਜਾਇਜ਼ ਸਬੰਧ ਬਣਾਏ ਹਨ ਤੇ ਮੈਂ ਇਸ ਦੇ ਬੱਚੇ ਦੀ ਮਾਂ ਬਣਨ ਵਾਲੀ ਹਾਂ। ਜਦੋਂ ਮੇਰੇ ਪਾਪਾ ਦੇ ਦੋਸਤ ਨੇ ਇਹ ਗੱਲ ਸੁਣੀ ਤਾਂ ਉਹ ਮੇਰੇ ਪਾਪਾ ਦੀ ਬੇਇੱਜ਼ਤੀ ਕਰਕੇ ਘਰੋਂ ਚਲੇ ਗਏ। ਮੇਰੇ ਪਾਪਾ ਪਰੇਸ਼ਾਨ ਸਨ ਕਿ ਇਹ ਸਭ ਕੀ ਹੋ ਰਿਹਾ। ਮੈਂ ਆਪਣੇ ਪਾਪਾ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਮੇਰੇ ਪਾਪਾ ਨੇ ਮੈਨੂੰ ਹੀ ਘਰੋਂ ਕੱਢ ਦਿੱਤਾ। ਉਧਰ ਮੇਰੀ ਦੂਸਰੀ ਮਾਂ ਆਪਣੇ ਪੇਕੇ ਗਈ ਹੋਈ ਸੀ। ਜਦੋਂ ਉਹ ਘਰ ਆਈ ਤਾਂ ਉਸਨੂੰ ਪਤਾ ਲੱਗਿਆ, ਕਿਉਂਕਿ ਉਹ ਵੀ ਇਹੀ ਚਾਹੁੰਦੀ ਸੀ ਕਿ ਅਸੀਂ ਸਾਰੇ ਹੌਲੀ ਹੌਲੀ ਇਸ ਘਰ ਵਿੱਚੋਂ ਨਿਕਲ ਜਾਈਏ। ਮੈਂ ਸਾਰੀ ਰਾਤ ਰੇਲਵੇ ਸਟੇਸ਼ਨ ਤੇ ਗੁਜ਼ਾਰੀ। ਜਦੋਂ ਸਵੇਰ ਹੋਈ ਤਾਂ ਅਚਾਨਕ 4 ਵਜੇ ਗੱਡੀ ਆਈ ਤਾਂ ਮੇਰੀ ਅੱਖ ਖੁੱਲੀ। ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਸੀ। ਨੇੜੇ ਇੱਕ ਹੋਟਲ ਸੀ। ਮੈਂ ਆਪਣੀ ਜੇਬ ਵਿੱਚ ਹੱਥ ਮਾਰਿਆ ਤਾਂ ਮੇਰੀ ਜੇਬ ਵਿੱਚ ਕੁਝ ਵੀ ਨਹੀਂ ਸੀ, ਕਿਉਂਕਿ ਮੇਰੇ ਕੋਲ ਜੋ ਵੀ ਪੈਸੇ ਸੀ ਉਹ ਕਿਸੇ ਨੇ ਮੇਰੇ ਸੁੱਤੇ ਪਏ ਦੇ ਕੱਢ ਲਏ ਸਨ। ਮੈਂ ਪਰੇਸ਼ਾਨ ਸੀ ਤਾਂ ਉੱਥੇ ਤੂੰ ਮੈਨੂੰ ਮਿਲੀ। ਇਹ ਤੈਨੂੰ ਵੀ ਯਾਦ ਹੋਵੇਗਾ ਕਿ ਆਪਣੀ ਪਹਿਲੀ ਮੁਲਾਕਾਤ ਰੇਲਵੇ ਸਟੇਸ਼ਨ ਤੇ ਹੀ ਹੋਈ ਸੀ। ਜਦੋਂ ਮੈਂ ਭੁੱਖਾ ਸੀ ਤਾਂ ਤੂੰ ਮੈਨੂੰ ਖਾਣ ਲਈ ਪੈਸੇ ਦਿੱਤੇ ਸਨ। ਉਦੋਂ ਆਪਣੇ ਪਿਆਰ ਦੀ ਕਹਾਣੀ ਸ਼ੁਰੂ ਹੁੰਦੀ ਹੈ। ਮੈਂ ਤੈਨੂੰ ਅੰਦਰੋਂ ਅੰਦਰੀ ਪਿਆਰ ਕਰਨ ਲੱਗਿਆ, ਕਿਉਂਕਿ ਮੈਂ ਤੇਰੀ ਮਾਸੂਮੀਅਤ ਦੇਖ ਕੇ ਤੇਰੇ ਨਾਲ ਪਿਆਰ ਕੀਤਾ ਸੀ। ਹੌਲੀ ਹੌਲੀ ਆਪਣੀਆਂ ਮੁਲਾਕਾਤਾਂ ਹੋਣੀਆਂ ਸ਼ੁਰੂ ਹੋਈਆਂ ਤੇ ਪਿਆਰ ਗੂੜਾ ਹੁੰਦਾ ਗਿਆ। ਫਿਰ ਇੱਕ ਦਿਨ ਜਦੋਂ ਮੈਂ ਤੇਰੇ ਘਰ ਰਿਸ਼ਤਾ ਲੈ ਕੇ ਆਇਆ ਸੀ ਤਾਂ ਤੇਰੀ ਮਾਂ ਨੇ ਇਸ ਰਿਸ਼ਤੇ ਤੋਂ ਇਨਕਾਰ ਕਰ ਦਿੱਤਾ ਸੀ ਕਿ ਮੈਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ, ਕਿਉਂਕਿ ਉਸ ਵਕਤ ਮੇਰੇ ਕੋਲ ਕੁਝ ਵੀ ਨਹੀਂ ਸੀ। ਮੇਰੇ ਪਾਪਾ ਨੇ ਮੈਨੂੰ ਘਰੋਂ ਕੱਢਿਆ ਹੋਇਆ ਸੀ। ਮੈਂ ਦਿਖਣ ਵਿੱਚ ਬਿਲਕੁਲ ਗਰੀਬ ਲੱਗਦਾ ਸੀ। ਫਿਰ ਉਧਰ ਮੇਰੇ ਪਾਪਾ ਨੂੰ ਮੇਰੀ ਭੂਆ ਦੀ ਸੱਚਾਈ ਦਾ ਵੀ ਪਤਾ ਲੱਗ ਚੁੱਕਾ ਸੀ, ਕਿਉਂਕਿ ਮੇਰੀ ਭੂਆ ਬਾਅਦ ਵਿੱਚ ਬਹੁਤ ਜ਼ਿਆਦਾ ਪਰੇਸ਼ਾਨ ਰਹਿਣ ਲੱਗ ਪਈ, ਕਿਉਂਕਿ ਉਹ ਸਾਡੇ ਘਰ ਵਿੱਚ ਵੀ ਸਾਡੀ ਦੌਲਤ ਕਰਕੇ ਹੀ ਆਈ ਸੀ। ਉਹ ਚਾਹੁੰਦੀ ਸੀ ਕਿ ਜਾਂ ਤਾਂ ਉਹ ਸਾਨੂੰ ਮਾਰ ਦੇਵੇ, ਮੇਰੇ ਪਾਪਾ ਤੇ ਮੈਨੂੰ ਜਾਨੋਂ ਮਾਰ ਦੇਵੇਗੀ, ਜਾਂ ਮੇਰਾ ਵਿਆਹ ਆਪਣੀ ਕੁੜੀ ਨਾਲ ਕਰਵਾਉਣਾ ਚਾਹੁੰਦੀ ਸੀ। ਤੇ ਇਸ ਗੱਲ ਦਾ ਜਦੋਂ ਪਾਪਾ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਮੇਰੀ ਭੂਆ ਨੂੰ ਵੀ ਘਰੋਂ ਕੱਢ ਦਿੱਤਾ। ਫਿਰ ਇੱਕ ਦਿਨ ਅਚਾਨਕ ਜਦੋਂ ਮੇਰੇ ਪਾਪਾ ਸੁੱਤੇ ਪਏ ਸਨ ਤਾਂ ਸਾਡੇ ਘਰ ਵਿੱਚ ਉਹੀ ਦੁਬਾਰਾ ਮੇਰੀ ਮਾਂ ਦਾ ਆਸ਼ਕ ਘਰ ਆਇਆ। ਮੇਰੀ ਮਾਂ ਹਰ ਰੋਜ਼ ਮੇਰੇ ਪਾਪਾ ਨੂੰ ਨੀਂਦ ਦੀਆਂ ਗੋਲੀਆਂ ਦੁੱਧ ਵਿੱਚ ਪਾ ਕੇ ਦਿੰਦੀ ਸੀ। ਇੱਕ ਦਿਨ ਪਾਪਾ ਨੇ ਦੁੱਧ ਨਾ ਪੀਤਾ ਤਾਂ ਉਸ ਰਾਤ ਮੇਰੀ ਦੂਜੀ ਮਾਂ ਦੀ ਸੱਚਾਈ ਸਾਹਮਣੇ ਆਈ। ਉਹ ਆਪਣੇ ਆਸ਼ਕ ਨੂੰ ਘਰ ਵਿੱਚ ਬੁਲਾਉਂਦੀ ਸੀ। ਜਦੋਂ ਮੇਰੇ ਪਾਪਾ ਨੂੰ ਮੇਰੀ ਦੂਜੀ ਮਾਂ ਦੀ ਸੱਚਾਈ ਦਾ ਪਤਾ ਲੱਗਿਆ ਤਾਂ ਉਸ ਨੇ ਉਸ ਨੂੰ ਵੀ ਆਪਣੇ ਘਰੋਂ ਕੱਢ ਦਿੱਤਾ। ਫਿਰ ਮੇਰੇ ਪਾਪਾ ਨੂੰ ਇਕੱਲੇਪਨ ਦਾ ਅਹਿਸਾਸ ਹੋਇਆ। ਫਿਰ ਮੇਰੇ ਪਾਪਾ ਨੇ ਮੈਨੂੰ ਭਾਲਣਾ ਸ਼ੁਰੂ ਕਰ ਦਿੱਤਾ। ਜਦੋਂ ਹੌਲੀ ਹੌਲੀ ਮੇਰੀ ਭਾਲ ਸ਼ੁਰੂ ਕੀਤੀ ਤਾਂ ਕਿਸੇ ਨੇ ਦੱਸਿਆ ਕਿ ਮੈਂ ਇੱਕ ਹੋਟਲ ਵਿੱਚ ਕੰਮ ਕਰਦਾ ਹਾਂ। ਤਾਂ ਮੇਰੇ ਪਾਪਾ ਮੈਨੂੰ ਉੱਥੇ ਲੈਣ ਲਈ ਆਏ ਤੇ ਮੇਰੇ ਅੱਗੇ ਹੱਥ ਜੋੜ ਕੇ ਮੁਆਫੀ ਮੰਗਣ ਲੱਗੇ। ਮੇਰੇ ਤੋਂ ਪੁੱਤ ਗਲਤੀ ਹੋ ਗਈ, ਮੇਰੀ ਵਜ੍ਹਾ ਕਰਕੇ ਤੈਨੂੰ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪਈਆਂ। ਫਿਰ ਮੈਂ ਆਪਣੇ ਪਾਪਾ ਨੂੰ ਤੇਰੇ ਤੇ ਮੇਰੇ ਪਿਆਰ ਦੀ ਕਹਾਣੀ ਦੱਸੀ ਕਿ ਪਾਪਾ, ਮੈਂ ਉਸ ਕੁੜੀ ਨੂੰ ਪਿਆਰ ਕਰਦਾ ਹਾਂ। ਉਹ ਕੁੜੀ ਗਰੀਬ ਜ਼ਰੂਰ ਹੈ, ਪਰ ਦਿਲ ਦੀ ਗਰੀਬ ਨਹੀਂ, ਕਿਉਂਕਿ ਤੂੰ ਵੀ ਮੈਨੂੰ ਸੱਚੇ ਦਿਲੋਂ ਪਿਆਰ ਕੀਤਾ ਸੀ ਤੇ ਮੈਂ ਵੀ ਤੈਨੂੰ ਸੱਚੇ ਦਿਲੋਂ ਹੀ ਪਿਆਰ ਕੀਤਾ ਸੀ। ਫਿਰ ਮੇਰੇ ਪਾਪਾ ਨੇ ਕਿਹਾ ਕਿ ਕੋਈ ਗੱਲ ਨਹੀਂ, ਹੁਣ ਉਸ ਘਰ ਵਿੱਚ ਮੈਂ ਰਿਸ਼ਤਾ ਭੇਜਾਂਗਾ। ਫਿਰ ਮੇਰੇ ਪਾਪਾ ਨੇ ਜਦੋਂ ਤੇਰੀ ਮਾਂ ਨੂੰ ਮਿਲੇ ਤਾਂ ਮੇਰੇ ਪਾਪਾ ਨੇ ਕਿਹਾ ਕਿ ਮੈਨੂੰ ਤੁਹਾਡੀ ਬੇਟੀ ਦਾ ਰਿਸ਼ਤਾ ਆਪਣੇ ਬੇਟੇ ਲਈ ਚਾਹੀਦਾ ਹੈ। ਜਦੋਂ ਮੇਰੇ ਪਾਪਾ ਨੇ ਤੇਰੀ ਮਾਂ ਨੂੰ ਕਿਹਾ ਕਿ ਤੁਹਾਨੂੰ ਮੂੰਹੋਂ ਮੰਗੀ ਦੌਲਤ ਦੇਵਾਂਗਾ, ਤੁਸੀਂ ਆਪਣੀ ਧੀ ਦਾ ਰਿਸ਼ਤਾ ਮੇਰੇ ਬੇਟੇ ਨਾਲ ਕਰ ਦਿਓ ਤੇ ਮੈਂ ਤੇਰੀਆਂ ਬਾਕੀ ਦੋਹਾਂ ਕੁੜੀਆਂ ਦੇ ਵਿਆਹ ਦੀ ਜ਼ਿੰਮੇਵਾਰੀ ਚੁੱਕਾਂਗਾ ਤੇ ਤੇਰੇ ਬੇਟੇ ਨੂੰ ਇੱਕ ਚੰਗੀ ਨੌਕਰੀ ਤੇ ਲਵਾਵਾਂਗਾ, ਤਾਂ ਤੇਰੀ ਮਾਂ ਨੇ ਲਾਲਚ ਵਿੱਚ ਆ ਕੇ ਮੇਰੇ ਨਾਲ ਵਿਆਹ ਲਈ ਹਾਂ ਕਰ ਦਿੱਤੀ। ਇਹ ਗੱਲ ਮੈਂ ਤੈਨੂੰ ਪਹਿਲਾਂ ਵੀ ਦੱਸਣਾ ਚਾਹੁੰਦਾ ਸੀ, ਪਰ ਮੈਂ ਤੈਨੂੰ ਸਰਪ੍ਰਾਈਜ਼ ਦੇਣਾ ਚਾਹੁੰਦਾ ਸੀ। ਜੋ ਵਿਆਹ ਦੇ ਟਾਈਮ ਤੇਰੇ ਨਾਲ ਜਿਸ ਲੜਕੇ ਨਾਲ ਤੇਰਾ ਵਿਆਹ ਕਰਿਆ ਸੀ ਉਹ ਤੇਰਾ ਨਕਲੀ ਵਿਆਹ ਹੋਇਆ ਸੀ ਤੇ ਮੈਂ ਤੇਰਾ ਅਸਲੀ ਪਤੀ ਹਾਂ, ਮੈਂ ਹੀ ਹਾਂ। ਜਦੋਂ ਰੂਬੀ ਨੇ ਮੇਰੇ ਮੂੰਹੋਂ ਇਹ ਗੱਲ ਸੁਣੀ ਤਾਂ ਰੂਬੀ ਖੁਸ਼ ਹੋ ਗਈ ਤੇ ਕਿਹਾ ਕਿ ਮੇਰੇ ਸੱਚੇ ਪ੍ਰਮਾਤਮਾ ਨੇ ਮੇਰੇ ਸੱਚੇ ਪਿਆਰ ਨੂੰ ਸਿਰੇ ਚੜ੍ਹਾ ਹੀ ਦਿੱਤਾ ਤੇ ਫਿਰ ਸਾਡਾ ਅਸਲੀ ਵਿਆਹ ਹੋਇਆ ਤੇ ਹੁਣ ਅਸੀਂ ਦੋਵੇਂ
ਖੁਸ਼ੀ ਖੁਸ਼ੀ ਜ਼ਿੰਦਗੀ ਜਿਉ ਰਹੇ ਹਾਂ। ਫਿਰ ਮੇਰੇ ਪਾਪਾ ਨੇ 2 ਸਾਲਾਂ ਬਾਅਦ ਰੂਬੀ ਦੀਆਂ ਦੋਹਾਂ ਭੈਣਾਂ ਦਾ ਵਿਆਹ ਕਰ ਦਿੱਤਾ ਤੇ ਉਸਦੇ ਮਾਂ-ਬਾਪ ਨੂੰ ਇੱਕ ਵਧੀਆ ਘਰ ਬਣਾ ਕੇ ਦਿੱਤਾ ਤੇ ਉਸਦੇ ਭਰਾ ਨੂੰ ਵੀ ਨੌਕਰੀ ਤੇ ਲਗਵਾ ਦਿੱਤਾ। ਹਾਂਜੀ ਦੋਸਤੋ, ਤੁਹਾਡੀ ਕੀ ਰਾਏ ਹੈ ਇਸ ਕਹਾਣੀ ਬਾਰੇ? ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ। ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗ ਰਹੀ ਹੈ, ਕਹਾਣੀਆਂ ਵਧੀਆ ਲੱਗ ਰਹੀਆਂ ਤਾਂ ਪਲੀਜ਼ ਕਹਾਣੀ ਨੂੰ ਅੱਗੇ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ। ਮਿਲਾਂਗੇ ਜੀ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ। ਤਦ ਤੱਕ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।